ਹੈਲੋ ਸਟੂਡੈਂਟਸ, ਸਵਾਗਤ ਕਰਦੀ ਹਾਂ ਤੁਹਾਡਾ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ। ਜਿਵੇਂ ਪਿਛਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਰਾਜਨੀਤੀ ਨੀਤੀ ਦੇ ਨਿਰਦੇਸ਼ ਸਿਧਾਂਤ ਕੀ ਹੁੰਦੇ ਆ ਅਤੇ ਉਹਨਾਂ ਦਾ ਕੀ ਉਦੇਸ਼ ਹੈ। ਅਤੇ ਆਪਣੇ ਹੁਣ ਵਾਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਿਰਦੇਸ਼ਿਤ ਸਿਧਾਂਤਾਂ ਦਾ ਸਰੂਪ, ਨੇਚਰ ਆਫ ਡਾਇਰੈਕਟਿਵ ਪ੍ਰਿੰਸੀਪਲਸ। ਤਾਂ ਨਿਰਦੇਸ਼ਕ ਸਿਧਾਂਤਾਂ ਦਾ ਖੇਤਰ ਵਿਆਪਕ ਆ, ਸਭ ਤੋਂ ਪਹਿਲਾਂ ਇਹਦਾ ਪੁਆਇੰਟ ਆ ਜਾਂਦਾ। ਤਾਂ ਸੰਵਿਧਾਨ ਦੇ ਵਿੱਚ ਸ਼ਾਮਲ ਨਿਰਦੇਸ਼ਕ ਸਿਧਾਂਤ ਰਾਸ਼ਟਰੀ ਜੀਵਨ ਦੇ ਹਰ ਖੇਤਰ ਦੇ ਵਿੱਚ, ਜਿਵੇਂ ਕਿ ਸਮਾਜਿਕ, ਆਰਥਿਕ, ਰਾਜਨੀਤਿਕ, ਪ੍ਰਸ਼ਾਸਨਿਕ ਮਾਮਲਿਆਂ ਦੇ ਨਾਲ ਸੰਬੰਧਿਤ ਹੈ। ਇੱਥੋਂ ਤੱਕ ਕਿ ਇਹ ਅੰਤਰਰਾਸ਼ਟਰੀ ਸ਼ਾਂਤੀ ਦੇ ਨਾਲ ਵੀ ਸੰਬੰਧ ਰੱਖਦਾ ਹੈਗਾ। ਅਤੇ ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਖੇਤਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਿਸ਼ਾਲ ਹੈ, ਬਹੁਤ ਜ਼ਿਆਦਾ ਇਹਦਾ ਏਰੀਆ ਵਾਈਡ ਹੈਗਾ। ਉਸ ਤੋਂ ਬਾਅਦ ਹੈ ਜੀ, ਨਿਰਦੇਸ਼ਕ ਸਿਧਾਂਤ ਨਿਆਂ ਸੰਗਤ ਨਹੀਂ ਹਨ। ਡਾਇਰੈਕਟਿਵ ਪ੍ਰਿੰਸੀਪਲਸ ਆਰ ਨਾਟ ਜਸਟੀਕੇਬਲ। ਤਾਂ ਸੰਵਿਧਾਨ ਦੀ ਧਾਰਾ 37 ਦੇ ਵਿੱਚ ਸਪਸ਼ਟ ਤੌਰ 'ਤੇ ਇਹ ਲਿਖਿਆ ਗਿਆ ਗਾ ਕਿ ਨਿਰਦੇਸ਼ਕ ਸਿਧਾਂਤਾਂ ਨੂੰ ਅਦਾਲਤ ਦੇ ਦੁਆਰਾ ਲਾਗੂ ਨਹੀਂ ਕਰਵਾਇਆ ਜਾ ਸਕਦਾ। ਕਿ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਨਿਰਦੇਸ਼ਕ ਸਿਧਾਂਤ ਦਿੱਤੇ ਹੋਏ ਨੇ, ਉਹਨਾਂ ਦੇ ਵਿਰੁੱਧ ਅਸੀਂ ਕਿਸੇ ਵੀ ਅਦਾਲਤ ਦੇ ਵਿੱਚ ਜਾ ਕੇ ਇਹਨਾਂ ਨੂੰ ਲਾਗੂ ਨਹੀਂ ਕਰਵਾ ਸਕਦੇ ਹੈਗੇ। ਇਸ ਤਰ੍ਹਾਂ ਇਹਨਾਂ ਦੀ ਪੂਰਤੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਅਤੇ ਅਦਾਲਤਾਂ ਨੂੰ ਨਹੀਂ, ਕਿਉਂਕਿ ਧਾਰਾ 37 ਦੇ ਵਿੱਚ ਅੱਗੇ ਚੱਲ ਕੇ ਲਿਖਿਆ ਗਿਆ ਗਾ ਕਿ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨਾ ਰਾਜ ਦਾ ਕਰਤੱਵ ਹੋਊਗਾ, ਰਾਜ ਦਾ ਫਰਜ਼ ਹੋਊਗਾ। ਫਿਰ ਹੈ ਜੀ, ਰਾਜ ਦੇ ਸ਼ਾਸਨ ਦੀ ਬੁਨਿਆਦ। ਠੀਕ ਹੈ ਜੀ, ਫੰਡਾਮੈਂਟਲ ਇਨ ਦਾ ਗਵਰਨੈਂਸ ਆਫ ਦ ਕੰਟਰੀ। ਤਾਂ ਸੰਵਿਧਾਨ ਦੀ ਧਾਰਾ 37 ਦੇ ਵਿੱਚ ਇਹ ਲਿਖਿਆ ਹੋਇਆ ਗਾ ਕਿ ਭਾਵੇਂ ਇਹਨਾਂ ਸਿਧਾਂਤਾਂ ਨੂੰ ਅਦਾਲਤ ਦੇ ਦੁਆਰਾ ਲਾਗੂ ਨਹੀਂ ਕਰਵਾਇਆ ਜਾ ਸਕਦਾ, ਪਰੰਤੂ ਫਿਰ ਵੀ ਇਹ ਦੇਸ਼ ਦੇ ਰਾਜ ਪ੍ਰਬੰਧ ਦੀ ਬੁਨਿਆਦ ਨੇ ਅਤੇ ਰਾਜ ਪ੍ਰਬੰਧ ਨੂੰ ਚਲਾਉਂਦੇ ਸਮੇਂ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਣਾ ਰਾਜ ਦਾ ਕਰਤੱਵ ਹੈਗਾ, ਰਾਜ ਦਾ ਫਰਜ਼ ਹੈਗਾ। ਠੀਕ ਹੈ ਜੀ। ਫਿਰ ਹੈ, ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਜੁੜੇ ਹੋਏ ਨਹੀਂ ਹੈਗੇ। ਤਾਂ ਰਾਜਨੀਤੀ ਦੇ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਆਪਣੇ ਆਪ ਦੇ ਵਿੱਚ ਲਚਕੀਲੇ ਨੇ ਅਤੇ ਇਹ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਨਾਲ ਬੰਨੇ ਹੋਏ ਨਹੀਂ ਹੈਗੇ। ਠੀਕ ਹੈ ਜੀ, ਇਹਨਾਂ ਨੂੰ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਵਿੱਚ ਨਹੀਂ ਬੰਨਿਆ ਹੋਇਆ। ਤਾਂ ਇਹਨਾਂ ਦੀ ਪੂਰਤੀ ਕਿਸੇ ਵੀ ਵਿਚਾਰਧਾਰਾ ਨਾਲ ਹੋ ਸਕਦੀ ਹੈ। ਭਾਰਤ ਦੇ ਵਿੱਚ ਅਸੀਂ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਦੇ ਲਈ ਲੋਕਤੰਤਰੀ ਸਮਾਜਵਾਦ ਦਾ ਜਿਹੜਾ ਮਾਰਗ ਹੈ ਉਹ ਅਪਣਾਇਆ ਹੋਇਆ ਹੈ। ਠੀਕ ਹੈ ਜੀ। ਤਾਂ ਕਰਕੇ ਅਸੀਂ ਭਾਰਤ ਦੇ ਵਿੱਚ ਇਹਨਾਂ ਸਿਧਾਂਤਾਂ ਨੂੰ ਜਿਹੜਾ ਹੈ ਲਾਗੂ ਕਰਾਉਣ ਦੇ ਲਈ ਲੋਕਤੰਤਰੀ ਸਮਾਜਵਾਦ ਜਿਹੜਾ ਹੈ ਉਹਨੂੰ ਅਪਣਾਇਆ ਗਿਆ ਵਾ। ਉਸ ਤੋਂ ਬਾਅਦ ਹੈ ਜੀ, ਕਾਨੂੰਨ ਬਣਾਉਣ ਲਈ ਮਾਰਗਦਰਸ਼ਕ, ਗਾਈਡਿੰਗ ਪ੍ਰਿੰਸੀਪਲ ਇਨ ਲਾਅ ਮੇਕਿੰਗ। ਸੰਸਦ, ਰਾਜ ਵਿਧਾਨ ਮੰਡਲ, ਨਗਰ ਨਿਗਮ, ਜ਼ਿਲ੍ਹਾ ਬੋਰਡ, ਪੰਚਾਇਤਾਂ ਅਤੇ ਸ਼ਾਸਨ ਦੇ ਸਾਰੇ ਅਧਿਕਾਰੀਆਂ ਦਾ ਇਹ ਕਰਤੱਵ ਹੈਗਾ, ਇਹ ਫਰਜ਼ ਹੈ ਕਿ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਣ ਅਤੇ ਕਾਨੂੰਨ ਜਾਂ ਨਿਯਮ ਬਣਾਉਂਦੇ ਸਮੇਂ ਇਹਨਾਂ ਨੂੰ ਅਮਲ ਵਿੱਚ ਲਿਆਉਣ। ਤਾਂ ਨਿਰਦੇਸ਼ਿਤ ਸਿਧਾਂਤਾਂ ਦੇ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਕਿ ਨੀਤੀ ਦੇ ਨਿਰਮਾਣ ਦੇ ਲਈ ਇਹ ਨਿਰਦੇਸ਼ ਨੇਗੇ। ਠੀਕ ਹੈ ਜੀ, ਇੱਕ ਤਰ੍ਹਾਂ ਦੇ ਨਿਰਦੇਸ਼ ਨੇਗੇ ਨੀਤੀ ਨੂੰ ਬਣਾਉਣ ਦੇ ਲਈ। ਫਿਰ ਹੈ ਜੀ, ਧਾਰਾ 31C ਜੋੜਨ ਨਾਲ ਨਿਰਦੇਸ਼ਿਤ ਸਿਧਾਂਤਾਂ ਦਾ ਮਹੱਤਵ ਵੱਧ ਗਿਆ। ਤਾਂ 1971 ਦੇ ਵਿੱਚ ਜਦੋਂ ਸੰਵਿਧਾਨ ਦੇ ਵਿੱਚ 25ਵੀਂ ਸੋਧ ਕੀਤੀ ਗਈ ਸੀਗੀ, 25 ਅਮੈਂਡਮੈਂਟ ਦੇ ਨਾਲ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ ਸੀ 31C ਜੋੜ ਦਿੱਤੀ ਗਈ ਸੀ। ਤਾਂ ਨਿਰਦੇਸ਼ਕ ਸਿਧਾਂਤਾਂ ਦੀਆਂ ਧਾਰਾਵਾਂ ਜਿਹੜੀਆਂ 39B, 39C ਅਤੇ ਧਾਰਾ 14, 19, 31 ਵੀ ਜਿਹੜੇ ਆ ਮੌਲਿਕ ਅਧਿਕਾਰਾਂ ਦੀ ਸ੍ਰੇਸ਼ਟਤਾ ਪ੍ਰਦਾਨ ਕੀਤੀ ਗਈ ਆ। ਤਾਂ ਕਰਕੇ ਜਿਹੜੇ ਨਿਰਦੇਸ਼ਕ ਸਿਧਾਂਤ ਸੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਇਹਨਾਂ ਦਾ ਮਹੱਤਵ ਹੋਰ ਵੀ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਅੱਗੇ ਇਹਨਾਂ ਦਾ ਵਰਗੀਕਰਨ ਕੀਤਾ ਹੋਇਆ ਗਾ। ਤਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਐਂਡ ਦੇਅਰ ਕਲਾਸੀਫਿਕੇਸ਼ਨਸ। ਤਾਂ ਕਿਹੜੀ ਇਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ, ਕਿਹੜਾ ਇਹਨਾਂ ਦਾ ਵਰਗੀਕਰਨ ਕੀਤਾ, ਹੁਣ ਅਸੀਂ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜਾਣ ਲੈਂਦੇ ਹਾਂ। ਤਾਂ ਭਾਵੇਂ ਸੰਵਿਧਾਨ ਦੇ ਅਨੁਸਾਰ ਨਿਰਦੇਸ਼ਕ ਸਿਧਾਂਤਾਂ ਦਾ ਵਰਗੀਕਰਨ ਨਹੀਂ ਕੀਤਾ ਗਿਆ, ਪਰੰਤੂ ਇਹਨਾਂ ਸਿਧਾਂਤਾਂ ਦੇ ਸਰੂਪ ਅਤੇ ਉਦੇਸ਼ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਕਈ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਗਾ। ਤਾਂ ਅਸੀਂ ਉਹਦੇ ਬਾਰੇ ਵੀ ਜਾਣ ਲੈਂਦੇ ਹਾਂ ਕਿ ਨਿਰਦੇਸ਼ਕ ਸਿਧਾਂਤਾਂ ਨੂੰ ਕਿਹੜੀਆਂ ਸ਼੍ਰੇਣੀਆਂ ਦੇ ਵਿੱਚ ਇਹਨਾਂ ਦੀ ਵੰਡ ਕੀਤੀ ਗਈ ਹੈ। ਪਹਿਲੇ ਹੈਗੇ ਆ ਜੀ ਸਮਾਜਵਾਦੀ ਸਿਧਾਂਤ, ਸੋਸ਼ਲਿਸਟ ਪ੍ਰਿੰਸੀਪਲਸ। ਠੀਕ ਹੈ ਜੀ। ਉਸ ਤੋਂ ਬਾਅਦ ਨੇ ਉਦਾਰਵਾਦੀ ਸਿਧਾਂਤ, ਲਿਬਰਲਿਸਟ ਪ੍ਰਿੰਸੀਪਲਸ, ਇਹਨਾਂ ਨੂੰ ਅਸੀਂ ਉਦਾਰਵਾਦੀ ਸਿਧਾਂਤ ਕਹਿੰਦੇ ਹਾਂ। ਫਿਰ ਹੈਗੇ ਨੇ ਜੀ ਗਾਂਧੀਵਾਦੀ ਸਿਧਾਂਤ,
ਗਾਂਧੀਅਨ ਪ੍ਰਿੰਸੀਪਲਸ, ਠੀਕ ਹੈ ਜੀ, ਇਹਨਾਂ ਨੂੰ ਅਸੀਂ ਗਾਂਧੀਵਾਦੀ ਸਿਧਾਂਤਾਂ ਦਾ ਨਾਮ ਦਿੰਦੇ ਹਾਂ। ਫਿਰ ਨੇ ਉਸ ਤੋਂ ਬਾਅਦ ਜੀ ਚੌਥੇ ਨੰਬਰ 'ਤੇ ਆ ਜਾਂਦੇ ਆ ਅੰਤਰਰਾਸ਼ਟਰੀ ਸਿਧਾਂਤ, ਇੰਟਰਨੈਸ਼ਨਲ ਪ੍ਰਿੰਸੀਪਲਸ। ਤਾਂ ਇਹਨਾਂ ਜਿਹੜੀਆਂ ਸ਼੍ਰੇਣੀਆਂ ਨੇ, ਤਾਂ ਇਹਨਾਂ ਸ਼੍ਰੇਣੀਆਂ ਦੇ ਵਿੱਚ ਵੱਖ-ਵੱਖ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਗਾ, ਅਤੇ ਜਿਹੜੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹਨਾਂ ਨੂੰ ਅਲੱਗ-ਅਲੱਗ 4 ਤਰ੍ਹਾਂ ਦੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਸਮਾਜਵਾਦੀ ਸਿਧਾਂਤ, ਉਦਾਰਵਾਦੀ ਸਿਧਾਂਤ, ਗਾਂਧੀਵਾਦੀ ਸਿਧਾਂਤ ਅਤੇ ਅੰਤਰਰਾਸ਼ਟਰੀ ਸਿਧਾਂਤ। ਤਾਂ ਇਹਨਾਂ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡ ਕੇ ਪੜ੍ਹਦੇ ਹੁੰਦੇ ਹੈਗੇ, ਠੀਕ ਹੈ ਜੀ। ਤਾਂ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਜਿਹੜਾ ਸਰੂਪ ਹੈਗਾ, ਨੇਚਰ ਹੈ ਜਿਹੜਾ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦਾ, ਇਹਦੇ ਬਾਰੇ ਅਸੀਂ ਜੋ ਵੀ ਪੜ੍ਹਿਆ ਕਿ ਇਹਨਾਂ ਦਾ ਖੇਤਰ ਬਹੁਤ ਵਿਆਪਕ ਆ, ਇਹਨਾਂ ਦੇ ਵਿਰੁੱਧ ਕਿਸੇ ਵੀ ਅਦਾਲਤ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਹੈਗੇ। ਤਾਂ ਜਿਹੜੇ ਇਹ ਸਿਧਾਂਤ ਹੁੰਦੇ ਆ ਰਾਜ ਦੇ ਸ਼ਾਸਨ ਦੀ ਬੁਨਿਆਦ ਹੁੰਦੇ ਨੇਗੇ, ਠੀਕ ਹੈ ਜੀ। ਤਾਂ ਕਿਸੇ ਵਿਸ਼ੇਸ਼ ਵਿਚਾਰਧਾਰਾ ਦੇ ਨਾਲ ਇਹ ਨਹੀਂ ਜੁੜੇ ਹੁੰਦੇ, ਤਾਂ ਕਾਨੂੰਨ ਬਣਾਉਣ ਦੇ ਸਮੇਂ ਇਹ ਮਾਰਗਦਰਸ਼ਕ ਦਾ ਕੰਮ ਕਰਦੇ ਨੇਗੇ। ਅਤੇ ਧਾਰਾ 31 ਸੀ ਇਹਦੇ ਵਿੱਚ ਜੋੜ ਦਿੱਤੀ ਗਈ, ਤਾਂ ਸੰਵਿਧਾਨ ਦੇ ਜਿਹੜੇ ਫੰਡਾ ਨੇਗੇ ਡਾਇਰੈਕਟਰ ਪ੍ਰਿੰਸੀਪਲਸ ਨੇਗੇ, ਇਹਨਾਂ ਦੇ ਵਿੱਚ ਸੰਵਿਧਾਨ ਦੀ ਧਾਰਾ 31 ਸੀ ਜੋੜੀ ਗਈ ਹੈ 1971 ਦੇ ਵਿੱਚ 25ਵੀਂ ਸੋਧ ਦੇ ਦੁਆਰਾ। ਤਾਂ ਇਹਦੇ ਨਾਲ ਜਿਹੜਾ ਇਹਨਾਂ ਦਾ ਮਹੱਤਵ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਅਤੇ ਇਹਦੀ ਜਿਹੜੀ ਕਲਾਸੀਫਿਕੇਸ਼ਨ ਆ, ਇਹਦਾ ਵਰਗੀਕਰਨ ਆ, ਉਹ 4 ਭਾਗਾਂ ਦੇ ਵਿੱਚ ਕੀਤਾ ਹੋਇਆ ਗਾ, ਸਮਾਜਵਾਦੀ ਸਿਧਾਂਤ, ਉਦਾਰਵਾਦੀ ਸਿਧਾਂਤ, ਗਾਂਧੀਵਾਦੀ ਸਿਧਾਂਤ ਅਤੇ ਅੰਤਰਰਾਸ਼ਟਰੀ ਸਿਧਾਂਤ। ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਨਿਰਦੇਸ਼ਕ ਸਿਧਾਂਤਾਂ ਦਾ ਸਰੂਪ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਸੋ ਥੈਂਕ ਯੂ।